ਤਾਂ ਬੱਚਿਓ 28ਵਾਂ ਪ੍ਰਸ਼ਨ ਸੀਗਾ ਕਿ ਕਿਸ ਤੱਤ ਦੀ ਇਲੈਕਟ੍ਰੋਨੈਗੇਟਿਵਿਟੀ ਭਾਵ ਬਿਜਲਈ ਰਹਿਣ ਵੱਧ ਹੈ। ਤਾਂ ਮੈਂ ਤੁਹਾਨੂੰ ਵਾਪਸ ਫਿਰ ਆਧੁਨਿਕ ਆਵਰਤੀ ਸਾਰਣੀ 'ਤੇ ਲੈ ਕੇ ਆਵਾਂਗੇ ਇਹਦੇ ਸੰਬੰਧ ਦੇ ਵਿੱਚ, ਨਾਲੇ ਆਪਾਂ ਡਿਸਕਸ਼ਨ ਵੀ ਕਰਾਂਗੇ ਕੁਛ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਜਿੰਨੀਆਂ ਵੀ ਧਾਤਾਂ ਹੈਗੀਆਂ ਸਾਰੀਆਂ 'ਤੇ ਰਿਣ ਚਾਰਜ ਹੁੰਦਾ ਹੈ। ਜਿੰਨੀਆਂ ਵੀ ਪੀਲੇ ਰੰਗ ਦੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਇਹ ਸਾਰੀਆਂ ਅਧਾਤਾਂ ਹੈ, ਅਤੇ ਜਿਹੜੀਆਂ ਧਾਤਾਂ ਹੈਗੀਆਂ ਉਹਨਾਂ ਸਾਰਿਆਂ 'ਤੇ ਧਨ ਚਾਰਜ ਹੁੰਦਾ। ਤਾਂ ਇਸ ਦੇ ਵਿੱਚ ਕੀ ਹੈਗਾ ਕਿ ਆਪਾਂ ਨੂੰ 4 ਆਪਸ਼ਨਾਂ ਦਿੱਤੀਆਂ: ਫਲੋਰੀਨ, ਕਲੋਰੀਨ, ਬਰੋਮੀਨ ਅਤੇ ਆਇਓਡੀਨ। ਆਪਾਂ ਨੂੰ ਪੁੱਛਿਆ ਗਿਆ ਵੀ ਇਲੈਕਟ੍ਰੋਨੈਗੇਟਿਵਿਟੀ ਕਿਹਦੀ ਸਭ ਤੋਂ ਵੱਧ ਹੈ। ਤਾਂ ਇਲੈਕਟ੍ਰੋਨੈਗੇਟਿਵਿਟੀ ਬਾਰੇ ਤੁਹਾਨੂੰ ਮੈਂ ਪਹਿਲਾਂ ਤਾਂ ਦੱਸ ਦੇਵਾਂ ਕਿ ਜੇ ਆਪਾਂ ਗਰੁੱਪ ਦੇ ਵਿੱਚ ਹੇਠੋਂ ਉੱਪਰ ਜਾਂਦੇ ਹਾਂ ਤਾਂ ਇਹਦੇ 'ਤੇ ਫਰਕ ਪੈਂਦਾ ਹੈਗਾ, ਇਹ ਵੱਧਦੀ ਹੈ। ਜਿਵੇਂ ਜਿਵੇਂ ਆਪਾਂ ਹੇਠੋਂ ਉੱਪਰ ਜਾਂਦੇ ਹਾਂ ਇਲੈਕਟ੍ਰੋਨੈਗੇਟਿਵਿਟੀ ਵੱਧਦੀ ਹੈ। ਇਸੇ ਤਰ੍ਹਾਂ ਜੇ ਆਪਾਂ ਖੱਬੇ ਤੋਂ ਸੱਜੇ ਜਾਂਦੇ ਹਾਂ ਤਾਂ ਵੀ ਇਲੈਕਟ੍ਰੋਨੈਗੇਟਿਵਿਟੀ ਜਿਹੜੀ ਹੈਗੀ ਆ ਉਹ ਵੱਧਦੀ ਹੈ। ਪਰ ਆਪਣੇ ਕੋਲ ਜਿਹੜੀਆਂ 4 ਆਪਸ਼ਨਾਂ ਹੈਗੀਆਂ ਫਲੋਰੀਨ, ਕਲੋਰੀਨ, ਬਰੋਮੀਨ ਅਤੇ ਆਇਓਡੀਨ ਹੈ। ਹੁਣ ਇਹਨਾਂ ਸਾਰਿਆਂ ਦੇ ਵਿੱਚ ਜੇ ਦੇਖੀਏ ਇਹਨਾਂ ਦੀ ਜਿਹੜੀ ਸੰਯੋਜਕਤਾ ਹੈਗੀ ਆ ਉਹ ਇੱਕ ਹੀ ਹੈ ਸਾਰਿਆਂ ਦੀ। ਪਰ ਫਲੋਰੀਨ ਦੇ ਕੇਸ ਵਿੱਚ ਕੀ ਹੈ ਕਿ ਉਹਦੇ ਵਿੱਚ ਕੇਵਲ ਇੱਕ ਸ਼ੈੱਲ ਹੈ, ਇਸ ਕਰਕੇ ਉਸ ਦਾ ਜਿਹੜਾ ਪਰਮਾਣੂ ਆਕਾਰ ਛੋਟਾ ਹੋਵੇਗਾ। ਛੋਟਾ ਹੋਣ ਕਰਕੇ ਕਿਉਂਕਿ ਇਹ ਜਿੰਨੀਆਂ ਵੀ ਆਪਣੇ ਧਾਤਾਂ ਹੈਗੀਆਂ ਇਹ ਧਾਤਾਂ ਤੋਂ ਇਲੈਕਟ੍ਰੋਨ ਲੈ ਕੇ ਆਪਣਾ ਬਾਹਰਲਾ ਸ਼ੈੱਲ ਜਿਹੜਾ ਪੂਰਾ ਕਰਦੀਆਂ। ਉਦਾਹਰਨ ਦੇ ਤੌਰ 'ਤੇ ਜੇ ਫਲੋਰੀਨ ਦੀ ਗੱਲ ਕਰੀਏ ਤਾਂ ਫਲੋਰੀਨ ਦੇ 9 ਹੁੰਦਾ ਉਸ ਦਾ ਪਰਮਾਣੂ ਅੰਕ ਜਿਹੜਾ, ਤਾਂ ਉਸ ਦੇ ਇਲੈਕਟ੍ਰੋਨੀ ਤਰਤੀਬ ਕੀ ਹੋਊਗੀ 2,7। ਤਾਂ ਫਲੋਰੀਨ ਨੂੰ 1 ਇਲੈਕਟ੍ਰੋਨ ਪ੍ਰਾਪਤ ਕਰਨਾ ਪਊਗਾ, ਤਾਂ ਹੀ ਕਰਕੇ ਉਹ ਆਪਣੇ 7 ਦੀ ਥਾਂ 'ਤੇ ਇੱਥੇ 8 ਕਰ ਸਕਦੀ ਹੈ। ਜਦੋਂ 8 ਹੋ ਗਈ ਫਿਰ ਇਹ ਫਲੋਰੀਨ ਬਿਲਕੁਲ ਨੋਬਲ ਗੈਸ ਬਣ ਜਾਏਗੀ, ਤਾਂ ਇਸ ਨੂੰ ਧਾਤ ਤੋਂ ਇਲੈਕਟ੍ਰੋਨ ਲੈਣਾ ਪੈਂਦਾ। ਇਸੇ ਤਰ੍ਹਾਂ ਕਲੋਰੀਨ ਦੇ ਕੇਸ ਵਿੱਚ ਹੈ 2, 8, 7, ਇਸ ਦਾ 17 ਪਰਮਾਣੂ ਅੰਕ ਹੈ। ਹੁਣ 1 ਇਲੈਕਟ੍ਰੋਨ ਲਵੇਗੀ। ਇਹ ਕਿਵੇਂ ਲਵੇਗੀ? ਦੇਖੋ, ਸੋਡੀਅਮ ਜਿਹੜਾ ਹੁੰਦਾ ਉਹ ਧਨ ਚਾਰਜ ਹੁੰਦਾ, ਕਲੋਰੀਨ ਜਿਹੜਾ ਇਹ ਰਿਣ ਚਾਰਜ ਹੁੰਦਾ। ਇਹ ਕਿਉਂ ਹੁੰਦੇ ਧਨ ਚਾਰਜ? ਸੋਡੀਅਮ ਕੋਲੇ ਕੀ ਹੈ 2,8, ਜਿਹੜਾ ਇਸ ਦਾ 1, 11 ਇਸ ਦਾ ਪਰਮਾਣੂ ਅੰਕ ਹੈ। ਇਸ ਕਰਕੇ ਜਿਹੜਾ ਸੋਡੀਅਮ ਦੇ ਵਿੱਚ ਇਲੈਕਟ੍ਰੋਨੀ ਤਰਤੀਬ ਹੋਵੇਗੀ 2,8,1। ਕਲੋਰੀਨ ਦੇ ਵਿੱਚ ਕੀ ਹੈ 2,8,7। ਹੁਣ ਜੇ ਇਹ ਸੋਡੀਅਮ ਕੋਲੇ 1 ਇਲੈਕਟ੍ਰੋਨ ਜਿਹੜਾ ਵਾਧੂ ਪਿਆ ਹੈ, ਜੇ ਇਹ ਕਿਸੇ ਨੂੰ ਗਿਫਟ ਕਰ ਦੇਗਾ ਤਾਂ ਇਹ ਬਣ ਜਾਏਗਾ ਆਪਣੀ, ਇਹ ਵੀ ਨੋਬਲ ਗੈਸ ਬਣ ਜਾਏਗਾ। ਇਹ ਕਿਸੇ ਨਾਲ ਕਿਰਿਆ ਨਹੀਂ ਕਰ ਸਕਦਾ ਫਿਰ। ਤਾਂ ਇਹ ਆਪਣਾ 1 ਇਲੈਕਟ੍ਰੋਨ ਜਿਹੜਾ ਕਲੋਰੀਨ ਨੂੰ ਦੇ ਦਿੰਦਾ ਹੈ। ਇਹਦੇ ਕੋਲੇ ਇਲੈਕਟ੍ਰੋਨ ਦੇਣ ਦੀ ਸਮਰੱਥਾ ਹੈਗੀ ਹੈ, ਇਸ ਕਰਕੇ ਇਹਦੇ ਉੱਤੇ ਪਲੱਸ ਦਾ ਸਾਈਨ ਹੈ। ਪਰ ਕਲੋਰੀਨ ਨੂੰ ਕੀ ਹੈ ਕਿ ਉਸ ਨੂੰ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਸਮਰੱਥਾ ਹੈ ਉਹਦੇ ਕੋਲੇ, ਇਸ ਕਰਕੇ ਇਹਦੇ 'ਤੇ ਨੈਗੇਟਿਵ ਚਾਰਜ ਹੈ। ਇਹਨੇ 1 ਇਲੈਕਟ੍ਰੋਨ ਲੈਣਾ ਹੁੰਦਾ, ਤਾਂ ਹੀ ਕਰਕੇ ਆਪਣੇ ਉੱਤੇ ਇਹ ਨੈਗੇਟਿਵ ਦਾ ਸਾਈਨ ਦਿੰਦੀ ਹੈ। ਸੋਡੀਅਮ ਕਹਿੰਦੀ ਮੇਰੇ ਕੋਲ ਵਾਧੂ ਹੈ 1, ਇਸ ਕਰਕੇ ਉਹਦੇ 'ਤੇ ਪਲੱਸ ਦਾ ਚਾਰਜ ਹੋ ਜਾਂਦਾ। ਜਿੰਨੇ ਉਹਦੇ ਬਾਹਰਲੇ ਸ਼ੈੱਲ 'ਚ ਵਾਧੂ ਹੁੰਦੇ ਆ ਉਨੇ ਹੀ ਉਹਦੇ 'ਤੇ ਪਲੱਸ ਆ ਜਾਂਦੇ। ਜਿਵੇਂ ਮੈਗਨੀਸ਼ੀਅਮ ਜਿਹੜਾ ਹੈਗਾ ਉਸ 'ਤੇ 2+ ਹੁੰਦਾ, ਕਿਉਂਕਿ ਉਹਦਾ ਪਰਮਾਣੂ ਅੰਕ ਜਿਹੜਾ ਉਸ ਦੇ ਹਿਸਾਬ ਨਾਲ ਉਹਦੀ ਇਲੈਕਟ੍ਰੋਨੀ ਤਰਤੀਬ ਜਿਹੜੀ ਹੈ ਉਹ ਪਰਮਾਣੂ ਅੰਕ 12 ਹੈ ਅਤੇ 2, 8, 2 ਹੈ, ਅਤੇ ਉਹ 2 ਗਿਫਟ ਕਰ ਸਕਦਾ ਹੈ, ਇਸ ਕਰਕੇ ਉੱਤੇ 2 ਪੋਜ਼ੀਟਿਵ ਹੁੰਦਾ ਹੈ। ਤਾਂ ਕਲੋਰੀਨ ਹੋ ਗਿਆ ਚਾਹੇ ਫਲੋਰੀਨ ਹੋ ਗਿਆ, ਸਾਰੇ ਦੇ ਬਾਹਰਲੇ ਸ਼ੈੱਲ ਦੇ ਵਿੱਚ 1 ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਉਹ ਨੋਬਲ ਗੈਸ ਬਣ ਜਾਂਦੀ ਹੈ। ਪਰ ਫਲੋਰੀਨ ਦੇ ਕੇਸ ਅਤੇ ਕਲੋਰੀਨ ਕੇਸ ਵਿੱਚ ਇਲੈਕਟ੍ਰੋਨੈਗੇਟਿਵਿਟੀ ਦੇਖੀਏ ਜੇ ਆਪਾਂ ਕਿਹਦੀ ਵੱਧ ਹੈਗੀ ਆ, ਆਪਾਂ ਨੂੰ 4 ਦਿੱਤੀਆਂ ਫਲੋਰੀਨ, ਕਲੋਰੀਨ, ਬਰੋਮੀਨ ਅਤੇ ਆਇਓਡੀਨ। ਫਲੋਰੀਨ, ਕਲੋਰੀਨ, ਬਰੋਮੀਨ ਅਤੇ ਆਇਓਡੀਨ। ਹੁਣ ਫਲੋਰੀਨ ਦੇ ਕੇਸ ਵਿੱਚ ਕੀ ਹੈ ਕਿ ਸਿਰਫ 1 ਸ਼ੈੱਲ ਹੈ, ਤਾਂ ਇਹਦਾ ਆਕਰਸ਼ਣ ਬਲ ਵੱਧ ਹੈ ਫਲੋਰੀਨ ਦੇ ਕੇਸ 'ਚ। ਪਰ ਕਲੋਰੀਨ ਦੇ ਕੇਸ 'ਚ ਕੀ ਹੈਗਾ ਕਿ ਫਲੋਰੀਨ ਦੇ ਕੇਸ ਦੇ ਵਿੱਚ ਸ਼ੈੱਲ 2 ਹੈ। ਪਹਿਲੇ ਸ਼ੈੱਲ ਦੇ ਵਿੱਚ ਇਹਦੇ ਕੋਲੇ 2 ਇਲੈਕਟ੍ਰੋਨ ਹੈ, ਦੂਸਰੇ ਸ਼ੈੱਲ 'ਚ ਉਹਦੇ ਕੋਲੇ 7 ਇਲੈਕਟ੍ਰੋਨ ਹੈ।
पर क्लोरीन के केस विच पहले शैल 2 इलैक्ट्रॉन है, दूसरे शैल 8 इलैक्ट्रॉन है, जबकि तीसरे शैल उहदे कोले 7 इलैक्ट्रॉन है। तो जिहड़े परमाणु का आकार जिन्ना छोटा होवेगा उसकी इलैक्ट्रोनैगेटिविटी भी उन्नी वध होवेगी। तो इत्थे फ्लोरीन का आकार क्लोरीन, ब्रोमीन ते आयोडीन के मुकाबले सब तो छोटा है, क्योंकि जिन्ना आकार छोटा हैगा उन्ना ही ये इलैक्ट्रॉन अपने वाल खिंच सकता, क्योंकि यदी खिंच जिहड़ी है केंद्रक की खिंच है, न्यूक्लीयस की खिंच है, उस करके ही इलैक्ट्रॉन ये वाल खिंचा जाना। तो जिन्ना केंद्रक नेड़े होएगा शैल दे उन्नी ही उसकी जिहड़ी है आकर्षण बल जिहड़ा हैगा वो वध होएगा, इस करके इलैक्ट्रोनैगेटिविटी उससे दी वध होगी। तो अपने कोले प्रश्न जिहड़ा सीगा कि किस तत्त की इलैक्ट्रोनैगेटिविटी वध है, तो अपना उत्तर आएगा ऊड़ा भाव फ्लोरीन। तो इस तरह ही अपने कोले जिहड़ा 29वां प्रश्न आ जाता है कि हेठां दिते विकल्पां अनुसार किहड़ा विकल्प मैंडलीव की आवर्ती सारणी की सीमा नहीं है। मैंडलीव की आवर्ती सारणी हाइड्रोजन की स्थिति भी उहदे हैगी सी, समस्थानकां की स्थिति भी मैंडलीव की आवर्ती सारणी विच हैगी सीगी। मेरे को जे इत्थे मैंडलीव की आवर्ती सारणी मैं तुहानूं समस्थानकां बारे दस भी सकदा। तीसरी जिहड़ी गल इहने दसी सीगी मैंडलीव ने कि भविख विच खोजे जाने वाले तत्तां लई उहने खाली थां भी छड्डी सी। सिर्फ तो सिर्फ जिहड़ी चीज़ उहदे विच नहीं खोज हुई सी मैंडलीव की आवर्ती सारणी च, वो सीगी नोबल गैसां की खोज। नोबल गैसां की खोज जिहड़ी आ आधुनिक आवर्ती सारणी दे विच होई सी। तो इस करके इस 29वें प्रश्न का उत्तर जिहड़ा ईडी हैगा, भाव नोबल गैसां की खोज। तो 30वां प्रश्न अपने को कि समस्थानक हुंदे हन जिन्हां दा परमाणु अंक समान हुंदा पर परमाणु पुंज वख-वख होवे। हुण जे तुहानूं समस्थानकां बारे दसां तां उदाहरण के तौर पर आपां क्लोरीन के समस्थानकां की जिहड़ी गल कर सकते हैं, या ऑक्सीजन के समस्थानकां की गल कर सकते हैं, या यूरेनीयम के समस्थानक जिहड़े हैगे उन्हां दी आपां गल कर सकते हैं। हाइड्रोजन के भी समस्थानक हैगे आ, उन्हां दी भी आपां गल कर सकते हैं। हाइड्रोजन के समस्थानक किहड़े-किहड़े है कि उस विच हाइड्रोजन 1, हाइड्रोजन 2, हाइड्रोजन 3, प्रोटीयम, ड्यूट्रीयम ते ट्रीटियम, ये 3 समस्थानक हाइड्रोजन के। तिन्नां विच की है कि हाइड्रोजन का परमाणु अंक जिहड़ा हैगा वो तो एक ही रहिंदा, भाव 1-1-1, पर परमाणु पुंज जिहड़ा हैगा वो वख हो जाता है 1, 2 ते 3, क्योंकि उन्हां विच न्यूट्रॉनां की संख्या जिहड़ी आ वो बदल जाती है। तो इस करके उन्हां दा जिहड़ा परमाणु पुंज है वो वख हो जाता है। तो इसलिए आप समस्थानकां की जिहड़ी परिभाषा दे सकते हैं कि ये वो हुंदे आ जिन्हां विच परमाणु अंक तो समान हुंदे हन पर परमाणु पुंज वख हुंदे हन। तो इसका उत्तर जिहड़ा हैगा आड़ा आ जाएगा। जे मैं तुहानूं इसकी कोई उदाहरण कैलकुलेट भी करके दिखा दा तो भी तुसीं देख सकते हैं। उदाहरण के तौर पर मैं तुहानूं हुणे करके दसदा। जिवें हाइड्रोजन सीगा अपने कोले, हाइड्रोजन 1, हाइड्रोजन 2 ते हाइड्रोजन 3, ये 3 हाइड्रोजन के समस्थानक है। इन्हां विच जिहड़ा परमाणु अंक है वो सारिਆਂ ਦਾ 1-1-1 होवेगा। फर्क काहदे च आ जाएगा? न्यूट्रॉनां की संख्या। न्यूट्रॉनां की संख्या जिहड़ी अच्छा आ जिहड़ा होवेगा इस विच परमाणु पुंज 1 है, इहदा परमाणु पुंज 2 है तो इहदा परमाणु पुंज 3 है। तो जिहड़ा पहला हैगा इस दे विच न्यूट्रॉन की संख्या कोई नहीं हैगी, 0 है, केवल एक प्रोटॉन है। ਇਹਦੇ ਵਿੱਚ ਵੀ ਇੱਕ ਪ੍ਰੋਟਾਨ है, ਇਹਦੇ 'ਚ भी एक प्रोटॉन है। ਇਹਦੇ ਵਿੱਚ एक न्यूट्रॉन आ जाता है, ਇਹ 'ਚ 0 न्यूट्रॉन है, ਇਹਦੇ 'ਚ 2 न्यूट्रॉन आ जाते हैं। तो इन्हां दोनों के जोड़न के नाल ही अपने कोले जिहड़ा एक ही बनता हैगा उसका परमाणु पुंज। तो ਇਹਦਾ परमाणु पुंज 3 बनया, 1 + 2, ਇਹਦਾ परमाणु पुंज 2 बनया, 1 + 1, ਇਹਦਾ परमाणु पुंज 1 बनया, 1 + 0। तो ये 3 हाइड्रोजन के समस्थानक है, इनू आपां कहने आ प्रोटीयम,
ਜਿਹੜਾ ਹਾਈਡਰੋਜਨ 1 ਹੁੰਦਾ, ਹਾਈਡਰੋਜਨ 2 ਨੂੰ ਕਹਿੰਦੇ ਡਿਊਟਰੀਅਮ, ਇਹਨੂੰ ਹਾਈਡਰੋਜਨ 3 ਨੂੰ ਕਹਿੰਦੇ ਆਪਾਂ ਟ੍ਰੀਟੀਅਮ। ਤਾਂ ਇਹ ਕੀ ਹੈ, ਹਾਈਡਰੋਜਨ ਦੇ ਸਮਸਥਾਨਕ। ਇਸੇ ਤਰ੍ਹਾਂ ਹੀ ਕਲੋਰੀਨ ਦੇ ਹੁੰਦੇ ਆ, ਇਸੇ ਤਰ੍ਹਾਂ ਹੀ ਯੂਰੇਨੀਅਮ ਦੇ ਸਮਸਥਾਨਕ ਹੁੰਦੇ ਆ। ਤਾਂ ਆਪਣੇ ਕੋਲ ਜਿਹੜਾ ਪ੍ਰਸ਼ਨ ਸੀਗਾ ਉਹ ਸਮਸਥਾਨਕ ਦੀ ਬਾਰੇ ਪੁੱਛਿਆ ਸੀਗਾ ਕਿ ਜਿਨ੍ਹਾਂ ਵਿੱਚ ਪਰਮਾਣੂ ਅੰਕ ਜਿਹੜਾ ਹੈਗਾ ਉਹ ਤਾਂ ਉਸ ਵਿੱਚ ਸਮਾਨ ਰਹਿੰਦਾ ਇੱਕ ਇੱਕ ਇੱਕ, ਪਰ ਪਰਮਾਣੂ ਪੁੰਜ ਜਿਹੜਾ ਹੈਗਾ ਉਹਨਾਂ ਦਾ ਵੱਖ-ਵੱਖ ਹੋ ਜਾਂਦਾ 1 2 3। ਤਾਂ ਇਸ ਲਈ ਜਿਹੜਾ 30ਵੇਂ ਦਾ ਉੱਤਰ ਆਪਣੇ ਕੋਲ ਸਹੀ ਹੈਗਾ ਕਿ ਪੁੱਛਿਆ ਕਿ ਸਮਸਥਾਨਕ ਹੁੰਦੇ ਹਨ ਜਿਨ੍ਹਾਂ ਦਾ ਪਰਮਾਣੂ ਅੰਕ ਸਮਾਨ ਹੁੰਦਾ ਹੈ ਪਰ ਪਰਮਾਣੂ ਪੁੰਜ ਵੱਖ ਹੋ। ਤਾਂ ਇਹ 30ਵੇਂ ਦਾ ਆਪਣਾ ਉੱਤਰ ਹੈਗਾ। ਹੁਣ 31ਵਾਂ ਪ੍ਰਸ਼ਨ ਆਪਣੇ ਕੋਲ ਜਿਹੜਾ ਹੈ ਉਸ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਕਿੰਨੇ ਗਰੁੱਪ ਅਤੇ ਕਿੰਨੇ ਪੀਰੀਅਡ ਹੁੰਦੇ ਹਨ। ਮੈਂ ਚਿੱਤਰ ਹੀ ਦਿਖਾਵਾਂਗੇ ਤੁਹਾਨੂੰ, ਉਸ ਤੋਂ ਜ਼ਿਆਦਾ ਸਪਸ਼ਟ ਹੋ ਜਾਏਗਾ। ਜਿਵੇਂ ਆਹ ਆਧੁਨਿਕ ਆਵਰਤੀ ਸਾਰਣੀ ਹੈ, ਇਹਦੇ ਵਿੱਚ 18 ਗਰੁੱਪ ਹੈ। ਧਿਆਨ ਨਾਲ ਦੇਖੋ, ਪਹਿਲਾ ਗਰੁੱਪ, ਦੂਸਰਾ ਗਰੁੱਪ, ਇਸੇ ਤਰ੍ਹਾਂ ਹੀ ਜਿਹੜਾ ਇਸ ਵਿੱਚ ਹੈ ਤੀਸਰਾ ਗਰੁੱਪ ਹੈ, ਚੌਥਾ, ਪੰਜਵਾਂ, ਇਸ ਤਰ੍ਹਾਂ ਕਰਦੇ ਕਰਦੇ 18 ਗਰੁੱਪ ਹੈ। ਇਸ ਵਿੱਚ ਪੀਰੀਅਡ ਕਿੰਨੇ ਹੈਗੇ, ਇਸ ਵਿੱਚ 1 ਤੋਂ ਲੈ ਕੇ 7 ਤੱਕ 7 ਪੀਰੀਅਡ ਹੈ, ਐਸਲੋਟ ਪੀਰੀਅਡ ਹੁੰਦੇ ਆ, ਐਸਲੋਟ ਪੀਰੀਅਡ। ਤੋਂ ਇਹ ਆਪਣਾ ਪ੍ਰਸ਼ਨ ਸੀਗਾ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਕਿੰਨੇ ਗਰੁੱਪ ਅਤੇ ਕਿੰਨੇ ਪੀਰੀਅਡ ਹਨ। 18 ਗਰੁੱਪ ਅਤੇ 7 ਪੀਰੀਅਡ। ਇਸ ਲਈ 31ਵੇਂ ਦਾ ਉੱਤਰ ਆ ਜਾਏਗਾ ਆਪਣਾ ਈਡੀ। ਹੁਣ ਆਪਣੇ ਕੋਲੇ ਪ੍ਰਸ਼ਨ ਹੈ ਕਿ ਧਾਤਾਂ ਜਿਹੜੀਆਂ ਉਹ ਕਿਹੜੇ ਆਕਸਾਈਡ ਬਣਾਉਂਦੀਆਂ ਹਨ। ਤੋ ਧਾਤਾਂ ਹਮੇਸ਼ਾ ਖਾਰੇ ਆਕਸਾਈਡ ਬਣਾਉਂਦੀਆਂ ਹਨ, ਜਦ ਕਿ ਜਿਹੜੀਆਂ ਅਧਾਤਾਂ ਹੈ ਉਹ ਹਮੇਸ਼ਾ ਤੇਜ਼ਾਬੀ ਆਕਸਾਈਡ ਬਣਾਉਂਦੀਆਂ ਹਨ। ਤਾਂ 33ਵਾਂ ਪ੍ਰਸ਼ਨ ਹੈ ਕਿ ਜੌਨ ਨਿਊਲੈਂਡ ਨੇ ਕਿਸ ਤੱਤਾਂ ਦਾ ਵਰਗੀਕਰਨ ਕੀਤਾ। ਤਾਂ ਇਸ ਦਾ ਉੱਤਰ ਹਾਈਡਰੋਜਨ ਤੋਂ ਥੋਰੀਅਮ ਤੱਕ। ਆਪਣੀ ਕਿਤਾਬ ਵਿੱਚ ਵੀ ਇਹਦੇ ਬਾਰੇ ਸਥਿਤ ਹੈਗਾ, ਤੁਸੀਂ ਦੇਖ ਸਕਦੇ ਆ। ਇਹਦੇ 'ਚ ਇੱਕ ਕੰਸੈਪਟ 'ਚ ਲਿਖਿਆ ਹੋਇਆ ਹੈ। ਉਹਨਾਂ ਨੇ ਸਭ ਤੋਂ ਘੱਟ ਪਰਮਾਣੂ ਪੁੰਜ ਵਾਲੇ ਤੱਤ ਹਾਈਡਰੋਜਨ ਤੋਂ ਸ਼ੁਰੂ ਕੀਤਾ ਅਤੇ 56ਵੇਂ ਤੱਤ ਥੋਰੀਅਮ 'ਤੇ ਸਮਾਪਤ ਕੀਤਾ। ਤਾਂ ਇੱਥੋਂ ਇਹ ਪਤਾ ਲੱਗ ਜਾਂਦਾ 56ਵਾਂ ਤੱਤ। ਇਸੇ ਦੇ ਆਧਾਰਿਤ ਆਪਣਾ ਅਗਲਾ ਪ੍ਰਸ਼ਨ ਹੈ ਕਿ ਜੌਨ ਨਿਊਲੈਂਡ ਦੀ ਕਲਪਨਾ ਅਨੁਸਾਰ ਕੁਦਰਤ ਵਿੱਚ ਕਿੰਨੇ ਤੱਤ ਸਨ। ਉਸ ਦੇ ਅਨੁਸਾਰ 56 ਤੱਤ ਹੀ ਸੀ, ਕਿਉਂਕਿ 57ਵਾਂ ਤੱਤ ਜਿਹੜਾ ਉਹਨੇ ਕੋਈ ਨਹੀਂ ਖੋਜਿਆ ਸੀਗਾ। ਤਾਂ ਇਸ ਕਰਕੇ ਕੁਦਰਤ ਵਿੱਚ ਕੇਵਲ ਉਹਦੇ ਅਨੁਸਾਰ 56 ਹੀ ਤੱਤ ਸਨ। ਇਹ ਵੀ ਕਿਤਾਬ 'ਚ ਲਿਖਿਆ ਹੋਇਆ, ਆ ਰਿਹਾ, ਜੇ ਧਿਆਨ ਨਾਲ ਦੇਖੋ ਤਾਂ ਨਿਊਲੈਂਡ ਨੇ ਇਹ ਕਲਪਨਾ ਕੀਤੀ ਕਿ ਕੁਦਰਤ ਵਿੱਚ ਕੇਵਲ 56 ਤੱਤ ਹੀ ਹਨ। ਤਾਂ ਉਸ ਤੋਂ ਅੱਗੇ ਆਪਾਂ ਆਉਂਦੇ ਹਾਂ ਡਾਬਰਨੀਅਰ ਦੇ ਸੰਬੰਧ ਵਿੱਚ ਕੁਐਸਚਨ ਜਿਹੜਾ ਹੈਗਾ। ਡਾਬਰਨੀਅਰ ਆਪਣੇ ਸਮੇਂ ਵਿੱਚ ਗਿਆਤ ਤੱਤਾਂ ਵਿੱਚੋਂ ਕਿੰਨੀਆਂ ਜਿਹੜੀਆਂ ਤਿੱਕੜੀਆਂ ਸੀਗੀਆਂ ਉਹ ਬਣਾ ਸਕਿਆ। ਆਪਾਂ ਤਿੱਕੜੀਆਂ ਬਾਰੇ ਪਹਿਲਾਂ ਗਿਆਨ ਹਾਸਲ ਕਰ ਚੁੱਕੇ ਹਾਂ। ਤਾਂ ਆਪਾਂ ਚਿੱਤਰ ਵੀ ਦਿਖਾਉਂਦੇ ਹਾਂ ਤਾਂ ਕਿ ਤੁਹਾਨੂੰ ਤਿੱਕੜੀਆਂ ਜਿਹੜੀਆਂ ਪਤਾ ਲੱਗ ਜਾਣ ਕਿ ਉਹਨੇ ਕਿੰਨੀਆਂ ਬਣਾਈਆਂ ਸੀ। ਜਿਵੇਂ ਆਹ ਦੇਖੋ ਤੁਸੀਂ, ਡਾਬਰਨੀਅਰ ਸੀਗਾ ਜਿਹਨੇ ਕਿ ਤਿੱਕੜੀਆਂ ਬਣਾਈਆਂ। ਆਹ ਉਸਨੇ 3 ਜਿਹੜੀਆਂ ਤਿੱਕੜੀਆਂ ਬਣਾਈਆਂ ਸੀ। ਜਿਵੇਂ ਆਹ ਤੁਸੀਂ ਦੇਖ ਸਕਦੇ ਆ ਕਿ ਇਸ ਵਿੱਚ 3 ਤਿੱਕੜੀਆਂ ਜਿਹੜੀਆਂ ਸੀਗੀਆਂ ਉਹ ਬਣੀਆਂ। ਜਿਵੇਂ ਪਹਿਲੀ ਤਿੱਕੜੀ ਆ ਰਹੀ, ਦੂਜੀ ਤਿੱਕੜੀ ਆ ਰਹੀ, ਤੀਜੀ ਤਿੱਕੜੀ ਆ ਰਹੀ। ਤਾਂ 3 ਤਿੱਕੜੀਆਂ ਹੀ ਡਾਬਰਨੀਅਰ ਬਣਾ ਸਕਿਆ ਸੀਗਾ ਜਿਹੜੀਆਂ ਉਹਦੇ ਅਨੁਸਾਰ ਸਹੀ ਸੀਗੀਆਂ। ਇਸ ਲਈ ਇਹਦਾ ਉੱਤਰ ਜਿਹੜਾ ਹੈਗਾ 35ਵੇਂ ਦਾ ਈਡੀ ਆਵੇਗਾ, 3 ਤਿੱਕੜੀਆਂ। 36 ਜਿਹੜਾ ਪ੍ਰਸ਼ਨ ਹੈਗਾ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਗਰੁੱਪ 1 ਦੇ ਤੱਤ ਦੱਸੋ। ਪਹਿਲੇ ਗਰੁੱਪ ਦੇ ਵਿੱਚ ਕਿਹੜੇ ਕਿਹੜੇ ਤੱਤ ਸੀਗੇ। ਆਪਣੇ ਕੋਲ ਆਪਸ਼ਨਾਂ ਹੈਗੀਆਂ ਬੈਰੀਲੀਅਮ, ਮੈਗਨੀਸ਼ੀਅਮ, ਇਸ ਤਰ੍ਹਾਂ ਹੀਲੀਅਮ ਹੈ, ਨਿਓਨ ਹੈ। ਇਹ ਤਾਂ ਹੈ ਹੀ ਨਹੀਂ ਇਸ ਦੀ ਸਾਰਣੀ 'ਚ। ਫਿਰ ਲੀਥੀਅਮ ਅਤੇ ਬੈਰੀਲੀਅਮ ਹੈ, ਅਤੇ ਫਿਰ ਹਾਈਡਰੋਜਨ ਅਤੇ ਲੀਥੀਅਮ ਹੈ। ਆਪਾਂ ਸਾਰਣੀ ਦੇਖਾਂਗੇ। ਪਹਿਲੇ ਗਰੁੱਪ 'ਚ ਪੁੱਛਿਆ ਆਪਾਂ ਨੂੰ, ਤਾਂ ਜਿਹੜੀਆਂ ਆਪਣੇ ਕੋਲ ਆਪਸ਼ਨਾਂ ਉਹਦੇ ਅਨੁਸਾਰ, ਹਾਂਜੀ, ਆਪਣੇ ਕੋਲ ਚੌਥੀ ਆਪਸ਼ਨ ਸੀਗੀ ਹਾਈਡਰੋਜਨ ਅਤੇ ਲੀਥੀਅਮ ਪਹਿਲੇ ਗਰੁੱਪ 'ਚ ਹੈ ਮੈਂਡਲੀਵ ਦੀ।
जबकि जिहड़ा बरिलियम ते मैगनीशियम कहा सी वो दूसरे ग्रुप च है। जिहड़ा आपां नूं लीथियम ते बरिलियम कहा सीगा वो पहले ते दूसरे ग्रुप च है क्रमवार। पर सही उत्तर अपना जिहड़ा हैगा वो आवेगा हाइड्रोजन ते लीथियम, जिहड़े कि पहले ग्रुप दे विच मौजूद है मेंडलीव दी आवर्ती सारणी च। तो इसे ते निर्धारित अपना उत्तर हैगा कि इहदा उत्तर किहड़ा आवेगा, सस्सा आवेगा। 37वां प्रश्न है कि लीथियम ਅਤੇ ਬਰੀਲੀਅਮ ਦੀ ਕ੍ਰਮਵਾਰ ਸੰਯੋਜਕਤਾ ਕੀ ਹੈ। ਇਹਦੇ ਲਈ ਆਪਾਂ ਨੂੰ ਆਧੁਨਿਕ ਆਵਰਤੀ ਸਾਰਣੀ ਵੱਲ ਝਾਤ ਮਾਰਨੀ ਪੈਣੀ ਹੈ। ਲੀਥੀਅਮ ਤੇ ਬਰੀਲੀਅਮ ਦੇਖੋ, ਆ ਰਿਹਾ ਲੀਥੀਅਮ ਤੇ ਆ ਰਿਹਾ ਬਰੀਲੀਅਮ। ਲੀਥੀਅਮ ਦਾ ਪਰਮਾਣੂ ਅੰਕ 3 ਹੈ, ਬਰੀਲੀਅਮ ਦਾ 4 ਹੈ। ਇਸ ਕਰਕੇ ਲੀਥੀਅਮ ਦੀ ਜਿਹੜੀ ਸੰਯੋਜਕਤਾ ਕੀ ਹੋਊਗੀ, 2,1 ਬਾਹਰਲੇ ਸ਼ੈੱਲ 'ਚ 1 ਇਲੈਕਟ੍ਰੋਨ ਹੈ ਲੀਥੀਅਮ ਦੇ, ਇਸ ਕਰਕੇ ਉਸ ਦੀ ਸੰਯੋਜਕਤਾ 1 ਹੈ। तो बरिलियम के बाहरले शैल च किन्ने आ, 2,2 दो बाहरले शैल च मौजूद है, इस करके बरिलियम की संयोजकता 2 है। तो इन्हां दी क्रमवार संयोजकता की होगी, 1,2। तो अपना उत्तर जिहड़ा हैगा 37वें का की आवेगा, सस्सा। 38वां प्रश्न है कि आवर्ती सारणी में धातां ते अधातां क्रमवार कित्थे मौजूद हुंदियां हन। तो जिहड़ियां धातां हुंदियां वो तो खब्बे पासे मौजूद हुंदियां, जे तुसीं चित्र देखिया होवे तो आ खब्बे पासे जो हरे रंग दियां तुहानूं दिख रही इस विच ये धातां है, सज्जे पासे जो पीले रंग दियां दिस रही ये अधातां है। तो इस करके इन्हां दी स्थिति आपां की दसांगे, खब्बे अते सज्जे। 38वें का उत्तर आ जाएगा ऊड़ा। उस तो बाद आ गया 39वां प्रश्न कि तत्तां दे वर्गीकरण विच योगदान पाउण वाले व्यक्ति क्रमवार किहड़े हन इन्हां विचों। तो क्रमवार दसना है, मतलब सब तो पहला की आया, तो सब तो पहला ये आई सी डबरनीयर की तिकड़ी। डबरनीयर की तिकड़ी जिहड़ी हैगी सीगी उसका क्रम की सीगा कि यह सब तो पहला 1817 दे विच खोज हुई इसकी। फिर 1866 दे विच न्यूलैंड की जिहड़ा उसका अष्टक नियम आया। फिर 1866 तो मतलब उस तो बाद दे विच मेंडलीव की आवर्ती सारणी जिहड़ी सीगी वो होंद विच आई। तो सब तो अखीर ते जिहड़ा हैनरी मौजले का 1913 दे विच उसकी आधुनिक आवर्ती सारणी जिहड़ी सीगी ओहदी खोज हुई। तो इस तरह करके जे इसका क्रम देखिए 39वें का तो वह आएगा अपना आड़ा। अगे आपां नूं प्रश्न पूछा गया 40वां कि किस तत्त के सब तो बाहरले शैल विच 2 इलैक्ट्रॉन हैं। तो आपां नूं ये तत्त देखने पैने हैं कि इन्हां चों किहड़ा दूसरे ग्रुप विच मौजूद है। तो दूसरे ग्रुप विच इन्हां विचों केवल मैगनीशियम मौजूद है। जे तुहानूं चित्र दिखावां तो देखो, दूसरा ग्रुप है, दूसरे ग्रुप च आ मैगनीशियम आ पिया। तो इस करके इसका उत्तर जिहड़ा हैगा 40वें का की होगा, आड़ा भाव मैगनीशियम। जबकि सोडियम जिहड़ा दूसरे ग्रुप च नहीं हैगा, ये पहले ग्रुप च है। जे आपां एलूमीनीयम की गल करिए तो एलूमीनीयम भी पहले या दूजे विचों किसी विच नहीं हैगा, ये सगों दी 13वें ग्रुप विच पिया होया। तो जे आपां इस विचों सिलिकॉन की गल करिए तो सिलिकॉन भी क्रमवार, क्योंकि ये एक उप धात है तो ये 14वें ग्रुप विच पई हुई। तो इस दे बाहरले शैल विच 2 इलैक्ट्रॉन होणगे मैगनीशियम के, तो ये दूसरे ग्रुप विच मौजूद है। इसका परमाणु अंक 282 है, परमाणु अंक 12 है, इस करके इसकी इलैक्ट्रॉनी तरतीब 282 होगी। तो 40वें का उत्तर आड़ा। 41वां प्रश्न जिहड़ा आपां नूं पुछया गया है कि तत्त जिस विच 2 शैल हैं ਅਤੇ ਦੋਵੇਂ शैल इलैक्ट्रॉनां नाल पूर्ण रूप में भरे हुए हैं। पूर्ण रूप में भरे है, इसका मतलब वो की है, एक नोबल गैस है। तो नोबल गैस ये केवल एक है, वो हैगी आ नियॉन। तो 41वें का उत्तर ऊड़ा आ जाएगा। नियॉन के पहले शैल के 2 इलैक्ट्रॉन होंगे, दूसरे 8 इलैक्ट्रॉन होंगे। 42वां प्रश्न जिहड़ा हैगा कि वो तत्त जिस विच 3 शैल हैं और बाहरली शैल में 4 इलैक्ट्रॉन हैं। यदा भाव ये पहले शैल 2 इलैक्ट्रॉन होंगे पूरे भरे हुए, दूसरे 8 इलैक्ट्रॉन पूरे भरे होंगे, 2 ते 8 10, तो तीसरे शैल में 4 इलैक्ट्रॉन होंगे। भाव इसका जिहड़ा परमाणु अंक हैगा वो की होवेगा 14। तो 14 परमाणु अंक जिहड़ा हैगा जे इस विच हैगा तो वह हैगा सिलिकॉन। तो इसलिए 42वें का उत्तर आ जाएगा सस्सा, जिस दे बाहरी शैल में 4 इलैक्ट्रॉन हैं।
43वां प्रश्न है कि परमाणु की इलैक्ट्रॉनिक तरतीब 2 8 7 है। इस तत्त की रसायनिक समानता किस तत्त नाल होवेगी? 2 8 7 तो भाव है कि 2 + 8 + 7 = 17। इसका परमाणु अंक 17 है तो ये जोड़ा है 17वें ग्रुप में मौजूद है। इसका नाम है क्लोरीन। तो 17वें ग्रुप में क्लोरीन के नाल दा होर किहड़ा है तो इस विचों फ्लोरीन आ जाता है जिहड़ा 17वें ग्रुप में मौजूद है। इन्हां नूं हैलोजन ग्रुप के तत्त भी कहा जाता है। 17वें ग्रुप नूं हैलोजन ग्रुप कहा जाता है एक। तो इस विच जिहड़ी इहदी समानता वाला तत्त होवेगा वो किहड़ा होवेगा? सस्सा भाव F, जिन्हों आपां फ्लोरीन कहते हैं। 44वां प्रश्न अपने कोल कि अधातां अते नोबल गैसां क्रमवार किस ग्रुप में मौजूद हुंदियां हन? अधातां जिहड़ियां हैगियां अधातां अते नोबल गैसां क्रमवार किस ग्रुप में मौजूद हुंदियां हन, ये आपां दसना है। इस विच ऊड़ा ऑप्शन आपां नूं दित्ती है कि ग्रुप 13 ते ग्रुप 17। ग्रुप 13 दे विच कोई अधात नहीं हैगी, उहदे च एक उप धात हैगी आ बोरोन। दूसरी ऑप्शन दित्ती आपां नूं ग्रुप 12 ते ग्रुप 18। ग्रुप 12 दे विच सारियां धातां हन, तो ये भी नहीं इसकी ऑप्शन आऊगी। ईडी दे विच दस्सिया ग्रुप 18 अते ग्रुप 17। ये क्रम उल्टा हो गया क्योंकि आपां नूं पहला उन्होंने पूछा भी अधातां किहड़े ग्रुप च है तो नोबल गैसां किहड़े ग्रुप च है। 18वें ग्रुप च तो नोबल गैसां है तो 17वें ग्रुप च अधातां है। तो सस्से ते आपां नूं दस्सिया ग्रुप 17 ते ग्रुप 18, इसलिए क्रम जिहड़ा सही है उहदे अनुसार सही उत्तर किहड़ा? सस्सा। 17वें ग्रुप में अधातां हैगियां ते 18वें ग्रुप दे विच नोबल गैसां हैगियां। तो इस तरह जिहड़ा अपने कोले 45वां प्रश्न है कि आधुनिक आवर्ती सारणी विच सब तो हेठां किहड़े तत्त मौजूद हैं? तो सब तो हेठां जे देखे जान तो इत्थे अपना एक वखरा प्रश्न आ जाता है जिहड़ा तुहानूं समझाना भी पवेगा कि इस आधुनिक आवर्ती सारणी विच मैं तुहानूं बहुत बारी दिखाया, मैं तुहानूं उपरला हिस्सा दस्सिया इसका, पर आ थल्लड़ा नहीं दस्सिया। इनू आपां नूं इन्हां नूं कहंदे लैंथेनाइड ते एक्टिनाइड। ये लैंथेनाइड ते एक्टिनाइड ये 58 तो लैके 71 ते 90 तो लैके 103 तक मौजूद है। जे तुसीं आधुनिक आवर्ती सारणी विच देखो तो 6वें पीरीयड दे विच 57 तो बाद सीधा 72 आ गया। इस तरह 7वें पीरीयड विच 99 तो बाद सीधा 104 आ गया। आ जिहड़ा विचला गैप है इस गैप नूं किन्हां ने फिल किया? लैंथेनाइड ते एक्टिनाइड्स ने। इन्हां नूं अलग क्रम विच रख दिता गया आधुनिक आवर्ती सारणी दे विच। तां इसे करके जिहड़ियां ये हैगियां ये आधुनिक आवर्ती सारणी दे विच सब तो हेठां मौजूद तत्त हन। हालांकि ये धातां है पर इन्हां दे जिहड़ा इन्हां दा क्रम हैगा इन्हां विच रलदा नहीं सीगा, क्योंकि जे एक सारता बनाउणी सीगी तां इन्हां नूं सारिआं नूं सही करके उवें ही सी मतलब ग्रुप दे विच या पीरीयड दे विच फिट करके रखिया जा सकदा सी। पर इन्हां दे जिहड़े गुण सीगे इन्हां दे विचों काफ़ी वक् सीगे, जिस करके लैंथेनाइड ते एक्टिनाइड्स जिहड़े सीगे उन्हां नूं आधुनिक आवर्ती सारणी विच सब तो हेठां रख दिता गया। तां ये अपना लैंथेनाइड ते एक्टिनाइड्स बारे सीगा। तो 46वां प्रश्न है कि सोडियम अते एलमीनीयम का क्रमवार परमाणु अंक की है? तो सोडियम का जिहड़ा परमाणु अंक हैगा वो हैगा 11 तो एलमीनीयम जिहड़ा हैगा उहदा परमाणु अंक हैगा 13। जे आप आधुनिक आवर्ती सारणी दे विच भी देखिए तो तुसीं देख सकते हैं सोडियम Na दे नाल लिखिया जाता है 11 तो एलमीनीयम जिहड़ा हैगा Al नाल लिखिया जाता है 13। तो उपर जिहड़े परमाणु अंक लिखे हुए इन्हां दे। तो इसलिए जिहड़ा 46वां हैगा उहदा सही उत्तर है ईडी। हुण उस तो बाद आपां नूं कहा कि परमाणु अंक 8 अते 19 के तत्तां के नाम लिखो। परमाणु अंक 8 जिहड़ा हैगा वो हैगा ऑक्सीजन का। तो इस तरह जिहड़ा 19 हैगा वो परमाणु अंक किहदा हैगा? पोटाशियम का। तो इसलिए पोटाशियम नूं के नाल लिखिया जाता तो ऑक्सीजन नूं ओ नाल लिखिया जाता। 47वें का उत्तर ईडी है। 48वां प्रश्न अपने कोले हैगा कि किहड़े तत्तां नूं परमाणु अंक के वाधे क्रम अनुसार दर्शाया गया है? परमाणु अंक का वाधा क्रम, परमाणु अंक का भाव इन्हां दा परमाणु अंक वध रहा है जे आपां खब्बे तो सज्जे वाल जावांगे। ਇਹਦੇ ਚੋਂ क्लोरीन तो सोडियम वाला केस तो बिल्कुल नहीं हो सकता, क्योंकि क्लोरीन का जोड़ा परमाणु अंक है 17 तो सोडियम का 11।
ਜੇ ਆਪਾਂ ਸੋਡੀਅਮ ਕਲੋਰੀਨ ਤੇ ਕੈਲਸ਼ੀਅਮ ਦੇਖੀਏ ਤਾਂ ਸੋਡੀਅਮ ਦਾ 11 ਜਿਹੜਾ ਕਲੋਰੀਨ ਦਾ 17 ਹੈਗਾ ਤੇ ਕੈਲਸ਼ੀਅਮ ਦਾ ਜਿਹੜਾ 20 ਹੈਗਾ। ਇਹ ਸਹੀ ਆਪਸ਼ਨ ਹੋਵੇਗੀ ਆਪਣੇ ਕੋਲੇ। ਤਾਂ ਇਸ ਲਈ 48ਵੇਂ ਦਾ ਉੱਤਰ ਜਿਹੜਾ ਹੈਗਾ ਆੜਾ ਹੈ। 49ਵਾਂ ਪ੍ਰਸ਼ਨ ਆਪਣੇ ਕੋਲੇ ਹੈਗਾ ਕਿ ਹਾਈਡਰੋਜਨ, ਲੀਥੀਅਮ ਤੇ ਸੋਡੀਅਮ ਤੱਤਾਂ ਦੇ ਕ੍ਰਮਵਾਰ ਕਿਹੜੇ ਪੀਰੀਅਡ ਨਾਲ ਇਹ ਸੰਬੰਧ ਰੱਖਦੇ ਹਨ। ਹੁਣ ਹਾਈਡਰੋਜਨ, ਲੀਥੀਅਮ ਤੇ ਸੋਡੀਅਮ ਬਾਰੇ ਪੁੱਛਿਆ ਗਿਆ। ਹਾਈਡਰੋਜਨ ਜਿਹੜਾ ਹੈਗਾ ਇਹ ਹਮੇਸ਼ਾ ਪਹਿਲੇ ਪੀਰੀਅਡ ਵਿੱਚ ਹੈ। ਜੇ ਤੁਸੀਂ ਦੇਖੋ ਤਾਂ ਹਾਈਡਰੋਜਨ ਪਹਿਲੇ ਪੀਰੀਅਡ 'ਚ ਹੈ। ਜੇ ਆਪਾਂ ਲੀਥੀਅਮ ਦੀ ਗੱਲ ਕਰੀਏ ਉਹ ਦੂਸਰੇ ਪੀਰੀਅਡ 'ਚ ਹੈ। ਜੇ ਆਪਾਂ ਸੋਡੀਅਮ ਦੀ ਗੱਲ ਕਰੀਏ ਤਾਂ ਉਹ ਤੀਸਰੇ ਪੀਰੀਅਡ ਵਿੱਚ ਹੈ। ਇਸ ਲਈ ਇਹਦਾ ਉੱਤਰ ਆਉਣਾ ਚਾਹੀਦਾ 1 2 3। ਤਾਂ ਆਪਾਂ ਦੇਖਦੇ ਹਾਂ 49ਵੇਂ ਦੀ ਸਹੀ ਆਪਸ਼ਨ ਕਿਹੜੀ ਹੈ ਇਸ ਵਿੱਚੋਂ। ਈਡੀ ਸਹੀ ਹੈ। ਉਸ ਤੋਂ ਬਾਅਦ 'ਚ ਆਪਣੇ ਕੋਲੇ ਆ ਜਾਂਦਾ ਹੈਗਾ ਲਾਸਟ ਪ੍ਰਸ਼ਨ ਅੱਜ ਦਾ ਕਿ ਤੱਤਾਂ ਵਿੱਚ ਧਾਤਵੀ ਗੁਣ ਦੇ ਵੱਧਦੇ ਕ੍ਰਮ ਅਨੁਸਾਰ ਤੱਤਾਂ ਨੂੰ ਚੁਣੋ। ਤੁਹਾਨੂੰ ਦੱਸਿਆ ਸੀਗਾ ਕਿ ਧਾਤਵੀ ਗੁਣ ਜਿਹੜੇ ਹੈਗੇ ਆ ਖੱਬੇ ਤੋਂ ਸੱਜੇ ਜਾਣ ਵੇਲੇ ਘਟਦੇ ਹਨ ਅਤੇ ਉੱਪਰੋਂ ਹੇਠਾਂ ਜਾਣ ਵੇਲੇ ਵੱਧਦੇ ਹਨ। ਤਾਂ ਆਪਾਂ ਵੱਧਦਾ ਕ੍ਰਮ ਦੱਸਣਾ ਹੈਗਾ ਇਸ ਦਾ। ਜਿਵੇਂ ਹੁਣ ਪਹਿਲੇ ਨੰਬਰ 'ਤੇ ਹਾਈਡਰੋਜਨ ਹੈ, ਫਿਰ ਦੂਸਰੇ 'ਤੇ ਲੀਥੀਅਮ ਹੈ, ਫਿਰ ਤੀਸਰੇ 'ਤੇ ਸੋਡੀਅਮ ਹੈ। ਤਾਂ ਉੱਪਰੋਂ ਹੇਠਾਂ ਜਾਣ ਵੇਲੇ ਧਾਤਵੀ ਗੁਣ ਵੱਧਦੇ ਹਨ। ਇਸ ਲਈ ਇਹਦੀ ਸਹੀ ਆਪਸ਼ਨ ਪਹਿਲੀ ਹੀ ਆਵੇਗੀ, ਭਾਵ ਊੜਾ। ਤਾਂ ਇਹ ਜਿਹੜਾ ਟੈਸਟ ਤੁਹਾਨੂੰ ਕਰਵਾਇਆ ਜਾ ਰਿਹਾ ਇਹ ਪੜ੍ਹਾਓ ਪੰਜਾਬ ਵਿਗਿਆਨ ਦੀ ਪਟਿਆਲਾ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਤਾਂ ਇਹਨਾਂ ਪ੍ਰਸ਼ਨਾਂ ਲਈ ਉਹਨਾਂ ਦਾ ਵੀ ਖਾਸ ਧੰਨਵਾਦ ਹੈਗਾ। ਤਾਂ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਵਾਰ-ਵਾਰ ਸੁਣਨਾ ਹੈਗਾ। ਧੰਨਵਾਦ।